This is Shweta. My name is Indra and you guys are watching Shwab Vlog. Welcome to your favorite Indian reaction channel. Sherlock Family. Together and forever. So guys, हाँ. बहुत लोग अवेयर है कि one of the biggest protest is going on. पूरे बहुत बड़ा प्रोटेस्ट चल रहा है फार्मर्स लोग का. एंड अभी हम लोग काफ़ी देखते हैं, इस पे भी काफ़ी लोग सियासत कर रहे हैं. आई पर्सनली सी फेसबुक पे लोग आपस में लड़ रहे हैं अपोजिट साइड्स में कि some are supporting farmers, some are saying it's just a propaganda and everything. If there is some issue with the bill, everyone has a right to question. Okay? Actually. But also on the other side, I also agree कि yes, कुछ लोग हैं जो प्रोपोगेंडा फैलाने की कोशिश कर रहे हैं, तो उनकी वजह से अब फार्मर लोग का जो प्रोटेस्ट है उसको इफेक्ट ना होने दे. जो भी प्रोपोगेंडा चल रहे हैं खालिस्तान के, वो है कुछ माइनर लोग हैं जिनको खुजली आती है. आई एम ऑल्सो पंजाबी, आई एम ऑल्सो सिख, बट आई ऑल्सो सपोर्ट फार्मर, बट आई डोंट सपोर्ट दैट प्रोपोगेंडा एट ऑल. वी लव इंडिया, वी वॉन्ट टू बी अ पार्ट ऑफ इंडिया. ओके, सो अभी हम एक छोटा सा वीडियो देखेंगे, उस पर रिएक्ट करेंगे. एंड अगर कुछ लोगों को अभी भी क्वेश्चंस है कि फार्मर्स लोग प्रोटेस्ट क्यों कर रहे हैं, तो ये वीडियो से आप लोग के क्वेश्चंस आंसर हो जाएंगे. सो चलो देखते हैं. Let's watch it. ਸਾਡੀਆਂ ਨਸਲਾਂ ਦਾ, ਸਾਡੀਆਂ ਫਸਲਾਂ ਦਾ ਮੁੱਦਾ, ਸਾਡੀ ਹੋਂਦ ਦਾ ਮੁੱਦਾ ਜਿਹਦੇ ਤੇ ਸੈਂਟਰ ਸਰਕਾਰ ਨੇ ਅੱਖ ਰੱਖੀ ਹੈ. ਜਿੰਨਾ ਚਿਰ ਇੱਥੇ ਤੁਸੀਂ ਬੈਠੇ ਰਹੋਗੇ ਉਹਨਾਂ ਚਿਰ ਅਸੀਂ ਬੈਠੇ ਰਹਾਂਗੇ. ਜੇ ਤੁਸੀਂ ਚਲੇ ਗਏ ਅਸੀਂ ਤਾਂ ਵੀ ਬੈਠੇ ਰਹਾਂਗੇ. ਇੱਥੋਂ ਹਿੱਲਦੇ ਨਹੀਂ. ਇਹ ਸਾਡੇ ਹੱਕਾਂ ਦਾ ਮਸਲਾ ਤੇ ਹੱਕ ਲੈ ਕੇ ਰਹਾਂਗੇ. ਚਾਹੇ ਤੁਸੀਂ ਕਿਸਾਨ ਹੋ, ਚਾਹੇ ਤੁਸੀਂ ਮਜ਼ਦੂਰ ਹੋ, ਚਾਹੇ ਤੁਸੀਂ ਛੋਟੇ ਦੁਕਾਨਦਾਰ ਹੋ, ਛੋਟੇ ਕਾਰੋਬਾਰੀ ਹੋ, ਤੁਹਾਨੂੰ ਮਾਰਿਆ ਜਾ ਰਿਹਾ. ਇਹ ਤੁਸੀਂ ਅੱਜ ਸਮਝ ਲਓ, ਤੁਸੀਂ 10 ਸਾਲਾਂ ਨੂੰ ਸਮਝ ਲਓ, 10 ਦਿਨਾਂ ਨੂੰ ਸਮਝ ਲਓ. ਇਹ ਕੋਈ ਬਿੱਲ ਪਹਿਲੀ ਵਾਰ ਨਹੀਂ ਆਏ, ਜਾਂ ਅਸੀਂ ਕੋਈ ਨਿਆਣੇ ਨਹੀਂ ਹੈਗੇ ਜਿਹੜੇ ਸਾਨੂੰ ਲੋਲੀਪੌਪ ਦੇ ਰਹੇ ਨੇ. ਇਹ ਬਿੱਲ ਪਹਿਲਾਂ ਆ ਚੁੱਕੇ ਨੇ. ਗੰਨੇ ਦੇ ਉੱਤੇ ਗੱਲ ਕਰੀਏ, ਜੇ ਆਪਾਂ ਗੰਨੇ ਨੂੰ ਪ੍ਰਾਈਵੇਟ ਬੰਦਾ ਖਰੀਦਦਾ ਆ, ਪ੍ਰਾਈਵੇਟ ਸ਼ੂਗਰ ਮਿਲ ਖਰੀਦਦੀ ਆ. ਕਿਸਾਨ ਉੱਥੇ ਆਪਦੀ ਫਸਲ ਸੱਟ ਕੇ ਆਉਂਦਾ ਆ ਤੇ ਉਹਨੂੰ ਆਪਦੀ ਮਰਜ਼ੀ ਦਾ ਭਾਅ ਨਹੀਂ ਮਿਲਦਾ. ਸ਼ੂਗਰ ਮਿਲ ਦਾ ਮਾਲਕ ਆਪਦੀ ਮਰਜ਼ੀ ਦੇ ਅਕੋਰਡਿੰਗ ਉਹਨੂੰ ਪੈਸੇ ਦਿੰਦਾ ਆ. 6-6 ਮਹੀਨੇ ਸਾਲ ਕਿਸਾਨ ਨੂੰ ਉਡੀਕ ਕਰਨੀ ਪੈਂਦੀ ਹੈ ਪੇਮੈਂਟਾਂ ਦੀ. ਇਹੀ ਹਾਲ ਝੋਨੇ ਤੇ ਜੀਰੀ ਦੇ ਕਣਕ ਦੇ ਨਾਲ ਹੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ, ਜੇ ਇਹ ਬਿੱਲ ਲਾਗੂ ਹੋ ਗਿਆ. ਕਿਹਨਾਂ ਨੂੰ ਬੱਚਿਆਂ ਨੂੰ ਨੌਕਰੀਆਂ ਦਿੰਦੇ ਨੇ? ਹੁਣ ਜਦ ਇਹ ਇੱਕ ਨੌਕਰੀ ਇਹ ਨਹੀਂ ਦਿੰਦੇ ਹੈਗੇ, ਫਸਲਾਂ ਸਾਡੀਆਂ ਨੂੰ ਉਹਤੇ ਕਬਜ਼ਾ ਕਰਨ ਲੱਗੇ ਨੇ, ਫਿਰ ਸਾਡੇ ਪੱਲੇ ਰਹਿ ਕੀ ਗਿਆ? ਜਾਂ ਮਾਰਾਂਗੇ ਜਾਂ ਮਰਾਂਗੇ. ਸਾਡੇ ਕੋਲ ਤਾਂ ਹੱਲ ਦੋ ਨਹੀਂ, ਤੀਜਾ ਹੱਲ ਸਾਡੇ ਕੋਲ ਹੈ ਨਹੀਂ ਕੋਈ. ਤੁਸੀਂ ਜੇ ਕੁਝ ਕਰ ਰਹੇ ਹੋ ਉਹ ਲੋਕਾਂ ਦੇ, ਮੇਰੇ ਹਿਸਾਬ ਨਾਲ ਤਾਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਸੁਣਨੀ ਚਾਹੀਦੀ ਆ. ਤੇ ਜੇ ਉਹ ਨਹੀਂ ਸੁਣ ਰਹੀ ਤੇ ਉਹਨੂੰ ਲੋਕਤੰਤਰ ਜਾਂ ਸੰਵਿਧਾਨਿਕ ਸਰਕਾਰ ਨਹੀਂ ਕਹਿ ਸਕਦੇ, ਇੱਕ ਫਾਸੀਵਾਦੀ ਸਰਕਾਰ ਕਹਿ ਸਕਦੇ ਆ, ਜੋ ਕਿ ਈਸਟ ਇੰਡੀਆ ਕੰਪਨੀ ਤਰ੍ਹਾਂ ਜਿਹੜੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਆ. ਫਿਰ ਇਸ ਨਾਲ ਤਾਂ ਅੰਗਰੇਜ਼ ਵੀ ਸਹੀ ਸੀ. ਫਿਰ ਉਹਨਾਂ ਨੂੰ ਕੱਢਣ ਵਾਲੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਢੀਂਗਾ ਮਾਰਦੇ ਹਾਂ, ਬਿਲਕੁਲ ਝੂਠ ਆ. ਮੈਂ ਕਹਿਣਾ ਅਸੀਂ ਗਲਤੀ ਕੀਤੀ ਉਹਨਾਂ ਨੂੰ ਕੱਢ ਕੇ, ਕਿਉਂਕਿ ਉੱਥੇ ਤਾਂ ਇੱਕ ਕੰਪਨੀ ਸੀ ਈਸਟ ਇੰਡੀਆ ਕੰਪਨੀ. ਇੱਥੇ ਕਿੰਨੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ. ਤੁਹਾਡਾ ਇਹ ਸਰਕਾਰ ਇੰਨਾ ਨਹੀਂ ਲਿਖ ਸਕਦੀ ਕਿ MSP ਤੋਂ ਘੱਟ ਕੋਈ ਕੰਪਨੀ ਨਹੀਂ ਖਰੀਦ ਸਕੂਗੀ. ਪੰਜਾਬ ਨੂੰ ਤੁਸੀਂ ਪੰਜਾਬ ਦੀ ਪਹਿਚਾਣ ਹੀ ਖਤਮ ਕਰ ਰਹੇ ਹੋ ਨਾ. ਜੇ ਕਿਸਾਨੀ ਨਹੀਂ ਹੈਗੀ ਤੇ ਸਾਡਾ ਕਲਚਰ ਹੀ ਨਹੀਂ ਹੈਗਾ. ਅਗਰ ਪੰਜਾਬੀ ਦੀ ਗੱਲ ਹੁੰਦੀ ਹੈ, ਭਾਵੇਂ ਬਾਲੀਵੁੱਡ 'ਚ ਹੋਵੇ ਕਿਤੇ ਹੋਵੇ, ਤਾਂ ਖੇਤ ਵਿਖਾਏ ਜਾਂਦੇ ਨੇ, ਕਿਸਾਨੀ ਵਿਖਾਈ ਜਾਂਦੀ ਹੈ. ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕਾਹਦਾ ਪੰਜਾਬ ਹੈ? ਵੀਰ ਜੀ ਇਹ ਦੇਖੋ ਤੁਸੀਂ ਗੰਨਾ ਆਪਾਂ 10-10 15-15 ਕਿੱਲੇ ਗੰਨੇ ਦੇ ਬੀਜੇ ਹੋਏ ਨੇ. ਜਦੋਂ ਆਪਾਂ ਪਰਚੀ ਲੈਣ ਜਾਂਦੇ ਆ, ਪਹਿਲਾਂ 3 ਦਿਨ ਤਾਂ ਪਰਚੀ ਨੂੰ 4 ਦਿਨ ਘੁਮਾਉਂਦੇ ਨੇ, ਫਿਰ ਸਿੱਟਣ ਜਾਓ. ਉਸ ਤੋਂ ਬਾਅਦ 2-2 ਸਾਲ ਉਹਨਾਂ ਦੀ ਪੇਮੈਂਟ ਨਹੀਂ ਮਿਲਦੀ ਹੈ. ਕੀ ਗੰਨਾ ਮਾਰ ਵੀ ਲਈ ਮਿਲਾਂ ਇਹਨਾਂ ਨੇ, ਮਿੱਲਾਂ ਵਾਲਿਆਂ ਨੇ ਪੇਮੈਂਟਾਂ ਮਾਰ ਲਈਆਂ. ਉੱਥੇ ਜ਼ਿਮੀਂਦਾਰ ਜਾਊ ਕਿੱਥੇ? ਜੇ ਅੱਜ ਕਰ ਵੀ ਦਿੰਦੇ ਆ ਕਿ 2 ਸਾਲ ਸਾਡੀ ਫਸਲ ਚੱਕ ਵੀ ਲੈਂਦੇ ਆ ਵਧੀਆ ਤਰੀਕੇ ਨਾਲ, ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਵੇਟ ਕਰਾਂਗੇ ਕਦੋਂ ਪ੍ਰਾਈਵੇਟ ਵਪਾਰੀ ਆਉਣਗੇ, ਕਦੋਂ ਸਾਡੀ ਫਸਲ ਚੱਕਣਗੇ. ਕੁਦਰਤ ਦੀ ਮਾਰ ਕਰਕੇ ਕਿਸੇ ਕਿਸਾਨ ਦੀ ਫਸਲ ਉਹਦਾ ਰੰਗ ਚੇਂਜ ਹੋ ਗਿਆ, ਇਹਨਾਂ ਨੇ ਉਹਦਾ ਰੇਟ 1300 ਲਾ ਦੇਣਾ. ਜਿਹੜੇ ਜ਼ਿਮੀਂਦਾਰ ਦੀ ਫਸਲ ਥੋੜੀ ਵਧੀਆ ਉਹਦਾ ਰੇਟ ਇਹਨਾਂ 2200 ਲਾ ਦੇਣਾ. ਕਿਸਾਨ ਤੇ ਮਰੇਗਾ. ਸਮਰਥਨ ਮੁੱਲ ਤੈਅ ਕੀਤਾ ਸੀਗਾ ਪਹਿਲਾਂ ਤੋਂ ਚੱਲਦਾ ਆ ਰਿਹਾ MSP, ਉਹਦੇ ਨਾਲ ਸਾਰਾ ਪੰਜਾਬ, ਸਾਰੇ ਕਿਸਾਨ ਖੁਸ਼ ਸੀ, ਕਿਉਂਕਿ ਕਿਸੇ ਦੀ ਫਸਲ ਜੇ ਕੁਦਰਤ ਦੀ ਮਾਰ ਕਰਕੇ ਆ ਵੀ ਗਈ ਹੈ ਪਰ ਉਹਨੂੰ ਰੇਟ ਮਿਲ ਰਿਹਾ ਸੀ. ਤੇ ਬਾਕੀ ਸਟੇਟਾਂ ਦੀ ਆਪਾਂ ਗੱਲ ਕਰੀਏ ਜਿੱਥੇ ਇਹ ਬਿੱਲ ਆਲਰੇਡੀ ਲਾਗੂ ਹੈ, ਉਹਨੇ ਯੂਪੀ ਬਿਹਾਰ ਦੇ ਵਿੱਚ
ਉੱਥੇ ਆਪਣੇ ਇੱਥੇ ਦਿਹਾੜੀ ਦੱਪਾ ਕਰਨ ਆਉਂਦੇ ਨੇ, ਝੋਨਾ ਲਾਉਣ ਆਉਂਦੇ ਨੇ, ਹੋਰ ਮਿਹਨਤ ਮਜ਼ਦੂਰੀ ਕਰਨ ਆਉਂਦੇ ਨੇ, ਉਹਨਾਂ ਦੇ ਸੂਬਿਆਂ ਦੇ ਵਿੱਚ ਇਹ ਬਿੱਲ ਪਹਿਲਾਂ ਹੀ ਲਾਗੂ ਹੈ। ਉੱਥੇ ਜੇ ਲਾਗੂ ਹੈ, ਤੁਸੀਂ ਜਿਹੜੇ ਇੱਥੇ ਆਪਣੇ ਜੀਰੀ ਝੋਨਾ ਜਾਂ ਕੁਛ ਵੀ ਕਰਨ ਆਉਂਦੇ ਨੇ, ਮਿਹਨਤ ਕਰਨ, ਉਹਨੂੰ ਪੁੱਛ ਕੇ ਦੇਖਿਓ, ਉਹਨਾਂ ਕੋਲੇ 4-4 5-5 ਏਕੜ ਜ਼ਮੀਨ ਉੱਥੇ ਹੈਗੀ ਹੈ। 4-4 5-5 ਏਕੜ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਇੱਥੇ ਮਜ਼ਦੂਰੀ ਕਰਨ ਆਉਂਦੇ ਨੇ। ਕੀ ਕਿਸਾਨ ਪੰਜਾਬ ਦਾ ਵੀ 4-4 5-5 ਏਕੜ ਵਾਲਾ ਫਿਰ ਕਿਤੇ ਹੋਰ ਸੂਬਿਆਂ 'ਚ ਮਜ਼ਦੂਰੀ ਕਰਨ ਜਾਏਗਾ? ਚਾਹੇ ਉਹ ਕੋਈ ਮੀਡੀਆ ਹੈ, ਚਾਹੇ ਉਹ ਕੋਈ ਐਕਟਰ ਹੈ, ਚਾਹੇ ਉਹ ਕੋਈ ਸਿੰਗਰ ਹੈ, ਸਾਰੇ ਇਹ ਗੱਲ ਨੂੰ ਸਮਝ ਚੁੱਕੇ ਆ। ਕਿਸਾਨਾਂ ਦੇ ਨਾਲ ਖੜਾਂਗੇ ਤਾਂ ਦੇਸ਼ ਬਾਜੂਗਾ, ਨਹੀਂ ਤਾਂ ਪ੍ਰਾਈਵੇਟ ਜਿਹੜੀਆਂ ਕੋਈ 2-4 ਕੰਪਨੀਆਂ ਉਹੀ ਰਹਿ ਜਾਣਗੀਆਂ, ਕਿਸਾਨੀ ਖਤਮ ਹੋ ਜੂਗੀ। ਇਹ ਗੁਲਾਮ ਕਰ ਲੈਣਗੇ ਜੀ ਸਾਨੂੰ, ਇਹ ਗੁਲਾਮ ਕਰਨਾ ਹੀ ਚਾਹੁੰਦੇ ਆ। ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਪ੍ਰਾਈਵੇਟ ਬੰਦੇ ਨੇ ਉਹ ਖਰੀਦਣੀ ਆਉਣ ਵਾਲੇ ਸਮੇਂ ਦੇ ਵਿੱਚ। ਮੰਨ ਲਓ ਬੰਦਾ ਕਹਿੰਦਾ ਹੈ ਕਿ ਮੈਂ ਜੀ ਹਲੇ 20 ਦਿਨ ਮੈਨੂੰ ਲੋੜ ਨਹੀਂ, ਮੈਂ ਨਹੀਂ ਖਰੀਦਦਾ, ਤਾਂ ਕਿਸਾਨ ਕੀ ਕਰਨਗੇ ਉਹ ਫਸਲ ਦਾ? ਬਾਈ ਕਿਸਾਨ ਕੋਲੇ ਕਿਸੇ ਕੋਲ 1 ਟਰਾਲੀ ਹੈ, ਕਿਸੇ ਕੋਲ 2 ਟਰਾਲੀ ਹੈ, ਉਹ ਭਰ ਕੇ ਖੜਾ ਲੇਗਾ, ਬਾਕੀ ਫਸਲ ਦਾ ਕੀ ਕਰੇਗਾ? ਤੇ ਫਸਲ ਇੱਕ ਅਜਿਹੀ ਚੀਜ਼ ਹੈ ਜਿਹਨੂੰ ਸਮੇਂ ਦੇ ਨਾ ਕੱਟਿਆ ਜਾਵੇ ਉਹ ਖਰਾਬ ਹੋ ਜਾਂਦੀ ਹੈ। ਤਾਂ ਉਹ ਕਿਸਾਨ ਦੀ ਫਸਲ ਜਾਂ ਤਾਂ ਪਈ ਖਰਾਬ ਹੋ ਜੂਗੀ ਜਾਂ ਖੇਤ ਦੇ ਵਿੱਚ ਖਰਾਬ ਹੋ ਜੂਗੀ। ਉਹ ਕਹਿੰਦਾ ਹੈ ਵੀ ਅੱਜ 2000 ਰੁਪਇਆ ਭਾਅ ਹੈ, ਮੈਂ 20 ਦਿਨ ਬਾਅਦ 2000 ਰੁਪਏ ਕੁਆਂਟਲ ਖਰੀਦੂੰਗਾ। ਮੰਨ ਲਓ ਭਾਅ ਨਿਸ਼ਚਿਤ ਕੀਤਾ ਜਾਂਦਾ ਹੈ, ਅੱਜ ਕਹਿੰਦਾ ਵੀ ਜੇ ਤੁਸੀਂ ਅੱਜ ਵੇਚਣੀ ਤੁਸੀਂ 1500 ਰੁਪਏ ਕੁਆਂਟਲ ਨੂੰ ਵੇਚ ਸਕਦੇ ਹੋ। ਕਿਸਾਨ ਨੂੰ ਮਜਬੂਰਨ ਹੋ ਕੇ ਵੇਚਣੀ ਪੈਣੀ ਹੈ। जैसे अब मक्की का हाल होता है, 700 रुपये क्विंटल बिकती है, और आलू जैसे आपको पता ही है सड़कों पे रुलते हैं। ऐसे ही फिर ये 2 फसलें थी हमारे पास जिनका पक्का रेट हुआ करता था, कनक और जीरी, तो फिर इनका भी वैसा ही हाल हो जाएगा। ਜਿਹੜੀਆਂ ਹੁਣ ਪਹਿਲਾਂ ਫਸਲਾਂ ਨੇ, ਮਟਰ ਨੇ ਜਾਂ ਸਾਡੇ ਸਬਜ਼ੀਆਂ ਨੇ, ਉਹਨਾਂ ਦਾ ਅਜੇ ਤੱਕ ਸਮਰਥਨ ਮੁੱਲ ਨਹੀਂ ਤੈਅ ਕੀਤਾ ਗਿਆ। ਕਿਸੇ ਦਾ ਮਟਰ 40 ਰੁਪਏ ਕਿਲੋ ਲੱਗ ਜਾਂਦਾ, ਕਿਸੇ ਦਾ ਮਟਰ ਰਹਿ 4 ਰੁਪਏ ਕਿਲੋ ਜਾਂਦਾ। ਜੇ ਇਸੇ ਕਰਕੇ ਜਿਹੜੇ ਵਪਾਰੀ ਨੇ ਆਪਣੀਆਂ ਦੁਕਾਨਾਂ 'ਚ ਆਉਂਦੇ ਆ ਚਾਹ ਪੀ ਕੇ, ਉਹਨਾਂ ਨੂੰ ਅੱਜ ਹੁੰਦਾ ਕਿ ਅੱਜ ਅਸੀਂ 10 ਰੁਪਏ ਰੇਟ ਲਾਤਾ, 20 ਰੁਪਏ ਲਾਤਾ, ਮਟਰ ਐਂ ਵਿਕ ਰਿਹਾ। ਪਿਛਲੇ ਟਾਈਮ 'ਚ ਸਾਡਾ ਮਟਰ ਰੁਲਿਆ। ਇਹੀ ਕੰਮ ਸਾਡਾ ਵਪਾਰੀਆਂ ਨੇ, ਪ੍ਰਾਈਵੇਟ ਜਿਹੜੇ ਸੈਕਟਰ ਨੇ, ਉਹਨਾਂ ਨੇ ਇਹੀ ਕੰਮ ਸਾਡਾ ਝੋਨੇ ਤੇ ਕਣਕ ਦੇ ਵਿੱਚ ਕਰਨਾ। ਸਿੰਪਲ ਭਾਸ਼ਾ ਵਿੱਚ ਅਗਰ ਬੋਲਿਆ ਜਾਵੇ, ਇਸ ਦਾ ਕੀ ਮਤਲਬ ਹੈ ਕਿ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ। ਹੁਣ ਇੱਕ ਤਰਫ ਅੰਬਾਨੀ ਖੜਾ ਹੋਏਗਾ ਤੇ ਇੱਕ ਤਰਫ ਕਿਸਾਨ ਖੜਾ ਹੋਏਗਾ। ਇਹ ਬੇਵਕੂਫ ਤੋਂ ਬੇਵਕੂਫ ਬੰਦੇ ਨੂੰ ਵੀ ਪਤਾ ਹੈ ਕਿ ਕਿਸਾਨ ਲੜ ਨਹੀਂ ਸਕਦਾ, ਔਰ ਕਾਨੂੰਨੀ ਲੜਾਈ ਉਹਨਾਂ ਨੇ ਵੈਸੇ ਹੀ ਖਤਮ ਕਰਤੀ। ਕੋਰਟ ਵਿੱਚ ਜਾ ਨਹੀਂ ਸਕਦਾ ਕਿਸਾਨ, ਕਿੱਥੇ ਤੱਕ ਲੜੇਗਾ? ਹੁਣ ਸਵਾਮੀਨਾਥਨ ਰਿਪੋਰਟ ਨਹੀਂ ਲਾਗੂ ਹੋ ਰਹੀ, ਕਿੰਨਾ ਟਾਈਮ ਹੋ ਗਿਆ ਉਹਨੂੰ। ਉਹਦੇ ਹਿਸਾਬ ਨਾਲ ਅੱਜ ਦੇ ਦਿਨ 'ਚ 7,500 ਦੇ ਕਰੀਬ ਕਣਕ ਦਾ ਰੇਟ ਬਣਦਾ, ਪਰ ਮਿਲ ਕਿੰਨਾ ਰਿਹਾ? ਉਹੀ 18-1900। ਆਤਮ ਹੱਤਿਆ ਨਹੀਂ ਕਰੂ, ਕਿਆ ਕਰੂ ਕਿਸਾਨ? ਜਦੋਂ ਮੇਰੀ ਫਸਲ ਦਾ ਮੈਨੂੰ ਮੁੱਲ ਨਹੀਂ ਮਿਲੂਗਾ, ਮੈਂ ਖੁਦਕੁਸ਼ੀ ਕਰੂੰਗਾ। ਕਿਸਾਨ ਅਕਸਰ ਪਹਿਲਾਂ ਇੱਕ ਬਹੁਤ ਖੁਦਕੁਸ਼ੀਆਂ ਕਰ ਰਿਹਾ, ਤੇ ਮੈਂ ਆਪ ਮਰਨ ਨਾਲੋਂ ਕਿਸੇ ਨੂੰ ਮਾਰ ਕੇ ਮਰਨਾ ਜ਼ਿਆਦਾ ਪਸੰਦ ਕਰੂੰਗਾ। सो गाइस, अगर आपको नहीं समझेगा तो हम ना इसका लिंक डिस्क्रिप्शन में डाल देंगे। ओरिजिनल लिंक में इंग्लिश सबटाइटल्स भी है, बट हम आपको थोड़ा बहुत बताने की कोशिश करेंगे। एक सिंपल है, अभी ये लोग ना ये सब प्राइवेट कंपनी के हाथ में दे देंगे। सी प्राइवेट कंपनी का काम क्या है? बिजनेस। दे आर बिजनेसमैन। उन लोग सिर्फ बिजनेसमैन क्या करता है? बिजनेसमैन सिर्फ अपना फायदा देखता है, वो किसानों का फायदा नहीं देखेगा। क्योंकि अभी स्टार्टिंग में बोलेंगे हम ऐसा करेंगे वैसा करेंगे, लेकिन अगर बिल में वो चीज़ है नहीं तो बिजनेसमैन उससे उस चीज़ का फ़ायदा उठाएगा, और उससे किसान लोग को ऑलरेडी इतनी प्रॉब्लम्स होती है, इससे और प्रॉब्लम्स हो जाएगी किसानों को। हमारे देश में किसान ऑलरेडी इतने सुसाइड करते हैं, इतनी तकलीफ में रहते हैं। मतलब बोलते ना, गवर्नमेंट होती है ना, वो अमीरों का कर्जा माफ़ कर देती है, लेकिन किसानों का कर्जा माफ़ नहीं करती। जिनके वजह से हम खाते पीते हैं, जिनकी वजह से हमें रोज़ का खाना, 3 वक्त का खाना मिलता है, वो कर्जे के नीचे दबते जा रहे हैं और अमीर होते जा रहे हैं। सो इसके लिए बोलते ना, यहाँ पे क्या हो रहा है पता है? बेनिफिट मेरे को लग रहा है थर्ड पार्टी। देखो इसमें ना इसमें ना मिडल मैन का फायदा है, ना बोलते ना आम जनता का फायदा होने वाला है इसमें, ना किसानों का फायदा होने वाला है इसमें फायदा होने वाला है प्राइवेट कंपनी का। यार हमको थोड़ा उस हिसाब से सोचना तो इसके लिए अब हम हर मिडिल मैन और हर कॉमन मैन को भी हमें किसानों का सपोर्ट करना चाहिए, बिकॉज वो है तो हम हैं। जैसे वो एक पाजी ने बोला कि यूपी और बिहार में ऐसे टाइप का बिल ऑलरेडी लागू है, तो वहाँ पे जो लोग हैं ना, वो पंजाब में उन लोग आते हैं खेती मजदूरी करने, बोलते हैं उनके खुद के 4-4 5-5 एकड़ ज़मीन है। ये बिल की वजह से उन लोग के खुद के ज़मीन होने के बावजूद उन लोग यहाँ पे आते हैं काम करने। बोलते फिर हमारा भी वही हाल हो जाएगा, हम भी 5-5 6-6 एकड़ ज़मीन रख के हमको दूसरी जगह पे जाके काम करना पड़ेगा, क्योंकि उनको बोलते ना पूरा नहीं पड़ेगा। तो लेट्स होप कि जल्दी इशू रिजॉल्व हो जाए, वरना
किसान तो हटेंगे नहीं, अभी किसान का कोई ऑप्शन नहीं रहा है। जैसे लास्ट में बोला हम किसान हैं, हम तो कुछ नहीं ऑप्शन रहता, तो हम तो सुसाइड करना ही पड़ेगा। नो उसने बोला हम ऐसा नहीं नहीं करने करने देंगे, देंगे। मतलब कुछ तो एटलीस्ट सॉल्यूशन निकालना पड़ेगा यार। हमें एंड देखना ऑल्सो पड़ेगा जो इनको भी। चीज जो लोग इस किसान प्रोटेस्ट के जो प्रोपोगेंडा कर रहे हैं वो भी गलत है। इस चीज को पॉलिटिसाइज मत करो, अपने फायदे के लिए कोई यूज नहीं करना नहीं चाहिए। करना चाहिए एक्चुअली। हम आम जनता को इनके साथ खड़ा होना चाहिए। खाली सोशल मीडिया पे भी नहीं, आप जितनी मदद पहुंचा सकते हो, क्योंकि लंगर विंगर चल रहे हैं काफ़ी, आप बहुत तरीके से किसान को अभी भी हेल्प कर सकते हो, बिकॉज ये प्रोटेस्ट टूटना नहीं चाहिए। वी नीड सम क्योंकि चेंजेस इन द कहीं पे बिल। यहाँ पे एक सरदार जी ने ये भी बोला है कि आम जनता अगर हम बड़ों से मुकाबला करेंगे तो किसान हारने ही वाले। हारने वाला, बिकॉज बट ऐसा नहीं होना चाहिए। अगर हम सब मिलकर अगर उनको सपोर्ट भी करें तो शायद कुछ होप बन जाए यस यार। उन्होंने जो वो वर्ड यूज किया, शायद वो खुद ऐसा लगे, उनको भी ऐसा लगे कि नहीं, हमारे पास कहीं पे जीतने की उम्मीद है। So let's stand with our farmers. You see, हम भी पंजाब में भी पंजाबी हूँ. I also belong from the farmer family, so I know their pain. उनका दर्द समझता है, बिकॉज हमारी खुद की बोलते ना खानदान में खेती नहीं चलती है। right. हम उसी से पढ़ लिख के पहुँचे हैं यहाँ तक, खेतियों से। हमें तो आज भी हम घर पे भी छोटी मोटी खेतियाँ करते थे, गार्डन बनाना, हम घर पे किसी चीज़ उगाते, बिकॉज वो खून में ही है हमारे। क्या करें अब, वो धरती से जुड़े हुए हैं, हमें वही आता है अच्छे से। हम बिलीव करते हैं कि हम लोग खुद भी खाए, लोगों को भी खिलाए। सो किसानों के साथ खड़े रहिए, उन्हें सपोर्ट कीजिए, एंड लेट्स होप इनमें थोड़ा किसानों का ही फायदा हो। ऑफ कोर्स उन्हें फायदा मिलना चाहिए, इंस्टेड ऑफ बोलते ना बड़ी कंपनी का काम है बिजनेस करना, बिजनेस करेंगे ही वो, लेकिन उसमें बहुत लोगों का नुकसान होता है। तो लेट्स होप इसमें फार्मरों का, हमारे किसानों का नुकसान ना हो, और उन्हें सपोर्ट कीजिए। बस हम आपसे ये रिक्वेस्ट करते हैं। और जो इस चीज़ को, इस प्रोटेस्ट में प्रोपोगेंडा क्रिएट कर रहे हैं, उनसे भी रिक्वेस्ट करूँगा थोड़ा सुधर जाइए और प्रोपोगेंडा हर जगह पे ना घुसाइए अपना। ये बहुत बेसिक चीज़ है हमारे लिए। खाना नहीं मिलेगा तो यार तुम करोगे क्या? इसमें आप तुम अपने जो अपने पर्सनल प्रोपोगेंडा चला रहे ना, वो ना चलाइए इसमें। इसको प्रॉपर किसान प्रोटेस्ट ही रहने दीजिए, इसको कोई और शक्ल ना दिखाइए। So bas, support our farmers. Thank you. Bye-bye. Tell me pretty lies, look me in the face, tell me that you love me, even if it's fake.